वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। वाहिगुरु साहिब जी। दोहरा। श्री गुर ज्येष्ठ पुत्र ने कर मत सर मन माहे। निज सम कर बे अनज कहो कही साहु के पाहे। श्री गुर ज्येष्ठ पुत्र ने। वाहिगुरु जी का खालसा वाहिगुरु जी की फतेह। जुगो जुग अटल शब्दावतार। वालिए दो जहां मुजस्मे आबे हयात। समुची खलकत दे सांझे रहबर। धन धन सतगुरु गुरु ग्रंथ साहिब सच्चे पातशाह जी दी पाकीज़ हजूरी अंदर रौनक अफरोज समस्त गुरु नानक नाम लेवा साध संगत। दयालु और कृपालु सतगुरां ने अथाह कृपा कीती है। संध्या वेले सतसंग करन दा सुभाग बख्शिश कीता। गुरुदेव पातशाह जी दीयां बख्शिश कीतियां इन्हां अमोलक घड़ियां नूं गुर इतिहास की चल रही लड़ीवार कथा विचार सरवण करके सफलियां करिए। विचार की आरंभता तो पहला रसना नूं पवित्र करिए। मन अते बिरतियां नूं एकाग्र करके प्रेम अदायब दे समेत जपना करो। आखो जी सतनाम श्री वाहिगुरु साहिब जी। वाहिगुरु साहिब जी। श्री गुर ज्येष्ठ पुत्र ने कर मत सर मन माहे। सत्कारयोग साध संगत आपां पूर्वले दीवानां दे विच पावन प्रसंग सरवण कीता है कि सतगुरु गुरु हर राय साहब सच्चे पातशाह महाराज साहब सच्चे पातशाह अपने लखते जिगर साहबजादे सतगुरु गुरु हरकृष्ण साहब सच्चे पातशाह जी नूं गुरियाई दी दात बख्शिश करके आप सचखंड पयाना कर गए। ये गल जदों गुरु हर राय साहब जी दे बड़े पुत्र राम राय नूं पता लगी ते उहदे मन दे विच कहंदे ईरखा दी जागृति हुई। अपने छोटे भरा सतगुरु गुरु हरकृष्ण साहब जी नूं जदों गुरियाई मिलण दी खबर कहंदे राम राय दे कन्नी पई। साध संगत मन विच ईरखा जाग पई। जद कहंदे राम राय दे मन च आई ईरखा जी पैदा हो गई ना उहदे नाल भाई बहिलो जी दा पोतरा रहिंदा सी जिहदा नाम सी भाई गुरदास। गुरु घर दे विच भाई गुरदास नामे कई सिख होए आ। उन्हां विचों एक भाई बहिलो जी दा पोतरा भी होया। जिस समय सतगुरु गुरु हर राय साहब महाराज राम राय नूं हुक्म करके दिल्ली भेजिया ना उदों भाई गुरदास जी जो भाई बहिलो जी दे पोतरे सन उन्हां नूं नाल कहंदे दिल्ली भेज देना कीता। सो वो भाई गुरदास राम राय दा निजी सलाहकार भी सी। बड़ी नेड़ता सी उहदी राम राय नाल। जद राम राय नूं खबर मिली मन च ईरखा जी जागृति हुई। उदों कहंदे राम राय भाई गुरदास कोल
ਇਹ ਆਖਣ ਲੱਗਿਆ ਵੀ ਮੈਂ ਸਰਬ ਗੱਲਾਂ ਕਰਕੇ ਜੋਗ ਸੀ। ਮੈਨੂੰ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਇੰਨੀ ਸ਼ਕਤੀ ਵੀ ਬਖਸ਼ੀ। ਗੁਰੂ ਘਰ ਹਿਤ ਕਹਿੰਦਾ ਵੀ ਮੈਂ ਦਿੱਲੀ ਚੱਲ ਕੇ ਆਇਆ। ਐਡਾ ਕਹਿੰਦਾ ਵੀ ਇਹ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਜੀ ਤੋਂ ਸਾਰੇ ਡਰਦੇ ਆ ਤੇ ਜੋ ਕਿਸੇ ਤੇ ਵੀ ਰਹਿਮ ਨਹੀਂ ਕਰਦਾ, ਉਹਦੇ ਵਿਰੋਧ ਦੇ ਵਿੱਚ ਮੈਂ ਚੱਲ ਕੇ ਆਇਆ। ਮੈਂ ਆ ਕਰਕੇ ਉਹਦੇ ਨਾਲ ਟੱਕਰ ਲੈਣੀ ਕੀਤੀ ਤੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਕਹਿੰਦਾ ਵੀ ਮੇਰਾ ਛੋਟੀ ਜੀ ਗੱਲ ਕਰਕੇ ਤਿਆਗ ਕਰ ਦਿੱਤਾ। ਜੋ ਰਾਮ ਰਾਏ ਨੇ ਗੁਰੂ ਕੀ ਬੇਅਦਬੀ ਕੀਤੀ, ਬਾਣੀ ਦੀ ਬੇਅਦਬੀ ਕੀਤੀ, ਉਹ ਇਹਨੂੰ ਆਪਣੇ ਆਪ 'ਚ ਇੱਕ ਨਿੱਕੀ ਜੀ ਗੱਲ ਲੱਗਦੀ ਸੀ। ਆ ਕੱਟੀਆਂ ਰਾਮ ਰਾਏ ਆਪਣੀ ਜਿਹੜੀ ਗਲਤੀ ਸੀ ਨਾ ਉਹਨੂੰ ਛੋਟੀ ਜੀ ਮੰਨਦਾ ਸੀ। ਇਹਨੂੰ ਆਪਣਾ ਗੁਨਾਹ ਕੋਈ ਵੱਡਾ ਗੁਨਾਹ ਨਜ਼ਰ ਨਹੀਂ ਸੀ ਆਉਂਦਾ। ਸੋ ਉਸ ਸਮੇਂ ਕਹਿੰਦੇ ਰਾਮ ਰਾਏ ਭਾਈ ਗੁਰਦਾਸ ਨੂੰ ਆਖਦਾ, ਕਹਿੰਦਾ ਗੁਰਦਾਸ ਮੇਰੇ ਮਨ 'ਚ ਨਾ ਕਹਿੰਦਾ ਈਰਖਾ ਪੈਦਾ ਹੋ ਗਈ। ਇਹ ਗੱਲ ਸੁਣ ਕੇ ਮੇਰਾ ਹਿਰਦਾ ਜਲਦਾ। ਕਹਿੰਦਾ ਉਹ ਭਾਈ ਗੁਰਦਾਸ ਬੜਾ ਸਿਆਣਾ ਸਿੱਖ ਸੀ, ਭਾਈ ਬਹਿਲੋ ਜੀ ਦਾ ਵੰਸ਼ਜ ਸੀ, ਜਿਨ੍ਹਾਂ ਨੇ ਪੁਸਤ ਦਰ ਪੁਸਤ ਗੁਰੂ ਘਰ ਦੀ ਸੇਵਾ ਕੀਤੀ ਆ। ਉਹ ਹੱਥ ਜੋੜ ਕੇ ਸਮਝਾਉਂਦਾ, ਕਹਿੰਦਾ ਵੀ ਨਹੀਂ ਬਾਬਾ ਜੀ, ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਕਹਿੰਦਾ ਵੀ ਸਤਵੇਂ ਨਾਨਕ ਆਪ ਜੀ ਦੇ ਪਿਤਾ, ਉਹਨਾਂ ਦੀ ਮਰਜ਼ੀ ਆ। ਗੁਰੂ ਹਰਕ੍ਰਿਸ਼ਨ ਸਾਹਿਬ ਉਹ ਵੀ ਤੁਹਾਡੇ ਕਹਿੰਦਾ ਰਿਸ਼ਤੇ ਕਰਕੇ ਛੋਟੇ ਭਰਾ ਵੀ ਆ ਤੇ ਆਪ ਜੀ ਨੂੰ ਕਹਿੰਦਾ ਵੀ ਬੜਾ ਕੁਝ ਮਿਲਿਆ। ਦਿੱਲੀ ਦਾ ਹੁਕਮਰਾਨ ਆਪ ਜੀ ਦੇ ਵੱਸ 'ਚ ਹੈ। ਜਿਹੜਾ ਔਰੰਗਜ਼ੇਬ ਕਿਸੇ ਦੀ ਗੱਲ ਨਹੀਂ ਨਾ ਸੁਣਦਾ, ਉਹ ਆਪ ਜੀ ਕੋਲ ਖੁਦ ਚੱਲ ਕੇ ਆਉਂਦਾ। ਆਪ ਜੀ ਔਰੰਗਜ਼ੇਬ ਦੇ ਸਲਾਹਕਾਰ। ਬੜੀ ਸੰਗਤ ਆਪ ਜੀ ਨਾਲ ਜੁੜੀ ਆ, ਬੜੀ ਸੰਗਤ ਆਪ ਜੀ ਨੂੰ ਭਟਾਵਾਂ ਦਿੰਦੀ ਆ, ਮੱਥੇ ਟੇਕਦੀ ਆ। ਬੜਾ ਕੁਝ ਆਪ ਜੀ ਕੋਲ, ਕਿਸੇ ਗੱਲ ਦੀ ਕੋਈ ਕਮੀ ਤਾਂ ਹੈ ਨਹੀਂ ਵੀ ਇਹ ਜਿਹੜੀ ਈਰਖਾ ਕਰਨੀ ਉਚਿਤ ਨਹੀਂ ਹੈ। ਪਰ ਰਾਮ ਰਾਏ ਕਹਿੰਦਾ ਵੀ ਮੇਰਾ ਤੇ ਹਿਰਦਾ ਜਲ ਗਿਆ। ਕਹਿੰਦਾ ਭਾਈ ਗੁਰਦਾਸ ਮੈਨੂੰ ਇਹ ਗੱਲ ਕਹਿੰਦਾ ਚੰਗੀ ਨਹੀਂ ਲੱਗੀ ਵੀ ਗੁਰੂ ਹਰਿ ਰਾਏ ਸਾਹਿਬ ਜਿਹੜੀ ਗੁਰਿਆਈ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ ਤੇ ਮੈਨੂੰ ਪਾਸੇ ਕਰ ਦਿੱਤਾ। ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ। ਸੋ ਐਂ ਜਿਹੜਾ ਰਾਮ ਰਾਏ ਸੀ ਨਾ, ਉਹਦੇ ਮੱਤ 'ਤੇ ਈਰਖਾ ਸਵਾਰ ਹੋ ਗਈ। ਜਦ ਕਹਿੰਦੇ ਈਰਖਾ ਸਵਾਰ ਹੋ ਗਈ, ਨਿਜ ਸਮ ਕਰਬੇ ਅਨਜ ਕੋ ਕਹੀ ਸਾਹੋ ਕੇ ਪਾਹੇ। ਰਾਮ ਰਾਏ ਦੀ ਔਰੰਗਜ਼ੇਬ ਨਾਲ ਨੇੜਤਾ ਸੀ। ਇਸੇ ਗੱਲ ਨੂੰ ਰਾਮ ਰਾਏ ਆਪਣੀ ਬੜੀ ਵੱਡੀ ਸ਼ਕਤੀ ਮੰਨਦਾ ਸੀ। ਰਾਮ ਰਾਏ ਕਹਿੰਦੇ ਔਰੰਗਜ਼ੇਬ ਕੋਲ ਜੀ ਗਿਆ, ਜਾ ਕਰਕੇ ਉਹਦੇ ਤਾਈਂ ਕਹਿੰਦਾ ਵੀ ਉਹਨੂੰ ਆਖਦਾ, ਬਾਦਸ਼ਾਹ ਵੀ ਮੇਰੇ ਪਿਤਾ ਗੁਰੂ ਹਰਿ ਰਾਏ ਸਾਹਿਬ ਨੇ ਸਰਬ ਸ਼ਕਤੀਆਂ ਹੁੰਦਿਆਂ, ਸਰਬ ਸਮਰੱਥਾ ਹੁੰਦਿਆਂ, ਹਰ ਪੱਖੋਂ ਯੋਗ ਹੁੰਦਿਆਂ ਵੀ ਕਹਿੰਦਾ ਮੇਰਾ ਤਿਆਗ ਕਰ ਦਿੱਤਾ ਤੇ ਮੇਰੇ ਛੋਟੇ ਭਰਾ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਦੇ ਦਿੱਤੀ। ਵੀ ਤੂੰ ਕਹਿੰਦਾ ਵੀ ਇੰਨਾ ਕੁ ਕੰਮ ਕਰ, ਨਿਜ ਸਮ ਕਰਬੇ ਅਨਜ ਕਹੋ, ਮੇਰੇ ਭਰਾ ਨੂੰ ਮੇਰੇ ਬਰਾਬਰ ਕਰ ਦੇ। ਇਹ ਜਿਹੜਾ ਰੁਤਬਾ ਨਾ, ਇਹਨੂੰ ਮੇਰੇ ਤੇ ਮੇਰੇ ਭਰਾ 'ਚ ਅੱਧ-ਅੱਧ ਕਰਕੇ ਵੰਡ ਦੇ। ਕਹਿੰਦਾ ਉਹਨੂੰ ਮੇਰੇ ਵਰਗਾ ਹੀ ਕਰ ਦੇ। ਕਹੀ ਸਾਹੋ ਕੇ ਪਾਹੇ। ਇਹ ਗੱਲ ਕਹਿੰਦੇ ਰਾਮ ਰਾਏ ਨੇ ਔਰੰਗਜ਼ੇਬ ਕੋਲ ਆਖੀ। ਚੌਪਈ ਸੁਣ ਨੌ ਰੰਗ ਨੇ ਹਿਰਦੇ ਵਿਚਾਰਾ। ਇਹ ਗੱਲ ਸੁਣ ਕਰਕੇ
ਔਰੰਗਜ਼ੇਬ ਬਾਦਸ਼ਾਹ ਆਪਣੇ ਹਿਰਦੇ 'ਚ ਵਿਚਾਰਦਾ, ਕਹਿੰਦੇ ਇਨ ਮਤ ਸਰ ਕਰ ਬਾਕ ਵਿਚਾਰ ਉਚਾਰਾ। ਔਰੰਗਜ਼ੇਬ ਸੀ ਨਾ ਜਿਹੜਾ, ਉਹ ਜ਼ੁਲਮੀ ਬੜਾ ਸੀ। ਸੱਚ ਕਰਕੇ ਆਖੀਏ ਤੇ ਵੀ ਇੰਨਾ ਜ਼ੁਲਮੀ ਸੀ ਵੀ ਉਹ ਲਾਹਣਤੀ ਸੀ। ਜ਼ੁਲਮਾਂ ਕਰਕੇ ਉਹਨੂੰ ਲਾਹਣਤੀ ਆਖਿਆ ਜਾਂਦਾ ਸੀ। ਸਾਰੀ ਦੁਨਿਆਈ ਉਹਨੂੰ ਲਾਹਣਤਾਂ ਪਾਉਂਦੀ ਸੀ, ਉਹ ਇੰਨਾ ਕੁ ਜ਼ੁਲਮੀ ਸੀ। ਪਰ ਆਖਦੀ ਏ ਵੀ ਉਹ ਜਾਹਿਲ ਨਹੀਂ ਸੀ, ਉਹਨੇ ਬੜੀ ਉੱਚੀ ਪੜ੍ਹਾਈ ਪੜ੍ਹੀ ਸੀ। ਇਸਲਾਮ ਜਗਤ ਦੀ ਜਿਹੜੀ ਉੱਚੀ ਪੜ੍ਹਾਈ ਮੰਨੀ ਜਾਂਦੀ ਹੈ ਨਾ, ਉਹ ਉਸ ਪੜ੍ਹਾਈ ਨੂੰ ਪੜ੍ਹਿਆ ਹੋਇਆ ਸੀ। ਤੇ ਉਹ ਬੰਦੇ ਦੇ ਚਿਹਰੇ ਦਾ ਹਾਵ ਭਾਵ ਦੇਖ ਕੇ ਨਾ ਉਹਦੇ ਹਿਰਦੇ ਦੀ ਗੱਲ ਜਾਣ ਲੈਂਦਾ ਸੀ, ਇਹਦੇ ਮਨ 'ਚ ਕੀ ਆ। ਉਹ ਤੇਜ ਇੰਨਾ ਸੀ, ਬੁੱਧੀਮਾਨ ਇੰਨਾ ਸੀ ਔਰੰਗਜ਼ੇਬ, ਬਹੁਤਾ ਚਲਾਕ ਕਿਸਮ ਦਾ ਇਨਸਾਨ ਸੀ। ਇਸੇ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨੂੰ ਲਿਖਦੇ ਆ ਨਾ, ਤੂੰ ਗੁਰ ਗਵਾਰਾਂ ਕਸ਼ੀਦਾ ਅਗਰ, ਤੂੰ ਕਹਿੰਦੇ ਚਲਾਕ ਭੇੜੀਆਂ। ਭੇੜੀਆ ਇੱਕ ਜੰਗਲ ਦਾ ਖੂੰਖਾਰ ਜੀ ਕਿਸਮ ਦਾ ਪਸ਼ੂ ਹੈ, ਦੇਖਣ ਨੂੰ ਕੁੱਤੇ ਵਰਗਾ ਹੁੰਦਾ, ਕੁੱਤੇ ਤੋਂ ਥੋੜ੍ਹਾ ਜਿਹਾ ਵੱਡਾ ਹੁੰਦਾ, ਉਹਨੂੰ ਭੇੜੀਆ ਕਹਿੰਦੇ ਆ। ਗੁਰਦੇਵ ਕਹਿੰਦੇ ਔਰੰਗਜ਼ੇਬ ਤੂੰ ਚਲਾਕ ਭੇੜੀਆਂ, ਕਹਿੰਦੇ ਭੇੜੀਆਂ ਤੇ ਬਹੁਤਾ ਚਲਾਕ। ਜਿਹਨੂੰ ਕਲਗੀਧਰ ਜੀ ਚਲਾਕ ਕਹਿੰਦੇ ਆ, ਮੰਨਣਾ ਪਊ ਵੀ ਉਹ ਬਹੁਤਾ ਚਾਤਰ ਹੋਵੇਗਾ। ਉਹ ਔਰੰਗਜ਼ੇਬ ਜਦ ਉਹਦੇ ਕੋਲ ਰਾਮ ਰਾਏ ਇਹ ਗੱਲ ਆਖਦਾ ਨਾ ਵੀ ਮੇਰੇ ਜਿਹੜਾ ਗੁਰਤਾ ਗੱਦੀ ਦਾ ਰੁਤਬਾ, ਗੁਰਤਾ ਗੱਦੀ ਦੀ ਪਦਵੀ ਆ, ਇਹ ਮੇਰੇ ਤੇ ਮੇਰੇ ਭਰਾ ਦੇ ਵਿੱਚ ਬਰਾਬਰ ਵੰਡ ਦਿਓ, ਮੈਨੂੰ ਤੇ ਮੇਰੇ ਭਰਾ ਨੂੰ ਇੱਕੋ ਜਿਹਾ ਕਰ ਦਿਓ, ਕਹਿੰਦਾ। ਔਰੰਗਜ਼ੇਬ ਉਸੇ ਸਮੇਂ ਕਹਿੰਦੇ ਇਹ ਗੱਲ ਸਮਝ ਗਿਆ, ਉਹਦੇ ਸਮਝ 'ਚ ਆ ਗਈ, ਇਨ ਮਤਸਰ ਕਰ ਵਾਕ ਉਚਾਰਾ, ਵੀ ਇਹ ਰਾਮ ਰਾਏ ਬਾਬਾ ਜਿਹੜੀ ਗੱਲ ਆਖਦਾ ਨਾ, ਵੀ ਇਹ ਗੱਲ ਦੇ ਵਿੱਚ ਈਰਖਾ ਕਰਕੇ ਆਖ ਰਿਹਾ, ਇਹਨੂੰ ਆਪਣੇ ਭਰਾ ਨਾਲ ਈਰਖਾ। ਬਲਕਿ ਔਰੰਗੇ ਵਰਗਾ, ਆਪਦੇ ਵਰਗਾ ਈਰਖਾਲੂ ਕੋਈ ਨਹੀਂ ਸੀ। ਉਹਨੇ ਨਿੱਜੀ ਈਰਖਾ ਕਰਕੇ ਆਪਦੇ 3 ਭਰਾ ਮਾਰਤੇ ਸੀ, 3 ਭਰਾ ਮਾਰੇ। ਉਹਦਾ ਬੜਾ ਤਜਰਬਾ ਸੀ ਈਰਖਾ ਵਾਲਾ, ਆਖਦੀ ਹੈ ਵੀ ਉਹਨੂੰ ਈਰਖਾ ਦਾ ਉਦੋਂ ਹੀ ਪਤਾ ਲੱਗ ਜਾਂਦਾ ਸੀ। ਰਾਜ ਪਾਉਣ ਵਾਸਤੇ ਉਹਨੇ ਆਪਣੇ 3 ਭਰਾਵਾਂ ਨਾਲ ਈਰਖਾ ਕੀਤੀ, 3 ਮਾਰੇ। ਉਹ ਉਸੇ ਵੇਲੇ ਸਮਝ ਗਿਆ ਵੀ ਇਹ ਰਾਮ ਰਾਏ ਦੇ ਹਿਰਦੇ 'ਚ ਈਰਖਾ ਪੈਦਾ ਹੋ ਗਈ, ਇਹ ਤੋਂ ਇਹ ਗੱਲ ਜਰੀ ਨਹੀਂ ਜਾ ਰਹੀ। ਆਰ ਬਲਾ ਹੈ ਅਲਪ ਤਿਨਹੁ ਕੀ, ਰਹਿਨ ਮਾਤ ਢਿਗ ਬੈਸ ਜਿਨਹੁ ਕੀ। ਉਦੋਂ ਕਹਿੰਦੇ ਔਰੰਗਜ਼ੇਬ ਮਨ 'ਚ ਵਿਚਾਰਦਾ ਹੈ ਵੀ ਆਰਬਲਾ ਹੈ ਅਲਪ ਤਿਨਹੁ ਕੀ। ਉਹਨੇ ਵੀ ਗੱਲ ਕਿਤੋਂ ਸੁਣੀ ਆ, ਉਹਨੇ ਆਪਣੇ ਸੂਹੇ ਛੱਡੇ ਹੁੰਦੇ ਸੀ ਔਰੰਗਜ਼ੇਬ ਨੇ, ਕਿੱਥੇ ਕੀ ਹੁੰਦਾ। ਉਹਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਰੇ ਪਤਾ ਕੀਤਾ ਸੀ ਕਿਸੇ ਸੂਹੇ ਤੋਂ, ਵੀ ਸਿੱਖਾਂ ਦੇ ਜਿਹੜੇ ਨਵੇਂ ਗੁਰੂ ਬਣੇ ਆ ਉਹ ਕਿਹੋ ਜਿਹੇ ਆ, ਕਿੰਨੀ ਕੁ ਉਮਰ ਆ, ਕਿਹੋ ਜਿਹਾ ਸਰੀਰ ਆ, ਕਿਹੋ ਜਿਹੀ ਉਹਨਾਂ ਦੀ ਬੋਲਬਾਣੀ ਹੈ, ਕਿਹੋ ਜਿਹਾ ਸੁਭਾਅ ਹੈ। ਉਹ ਕੋਈ ਹਕੂਮਤ ਦੇ ਨਾਲ ਕੋਈ ਬਾਗੀਆਨਾ ਕਿਸਮ ਦਾ ਵਿਵਹਾਰ ਤਾਂ ਨਹੀਂ ਕਰਦੇ, ਕੋਈ ਹਕੂਮਤ ਦੀ ਖਿਲਾਫੀਅਤ ਤਾਂ ਨਹੀਂ ਕਰ ਰਹੇ। ਔਰੰਗਜ਼ੇਬ ਉਦੋਂ ਮੌਕੇ ਦਾ ਬਾਦਸ਼ਾਹ ਸੀ, ਉਹ ਆਪਦੇ ਸਮੇਂ 'ਚ ਉਹਨੇ ਆਪਣੀਆਂ ਜਿਵੇਂ ਖੂਫੀਆ ਏਜੰਸੀਆਂ ਹੁੰਦੀਆਂ ਨਾ, ਇੱਦਾਂ ਏਜੰਸੀਆਂ ਛੱਡੀਆਂ ਸੀ। ਉਹਦੇ ਆਪਣੇ ਜਿਹੜੇ ਲੋਕ ਉਹ ਵਿਚਰਦੇ ਰਹਿੰਦੇ ਸੀ ਸਭ ਥਾਵਾਂ 'ਤੇ, ਭੇਖ ਬਦਲ ਕੇ। ਉਹ ਮਨ ਦੇ ਵਿੱਚ ਵਿਚਾਰਦਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜਾ ਰਾਮ ਰਾਏ ਦਾ ਛੋਟਾ ਭਰਾ ਆ,
ਸੁਣਿਆ ਵੀ ਉਹਨਾਂ ਦੀ ਆਰਬਲਾ ਜਿਹੜੀ ਬੜੀ ਹਜੇ ਛੋਟੀ ਆ, ਛੋਟੀ ਜੀ ਉਮਰ ਦੇ ਆ, 7-8 ਸਾਲ ਦੀ ਉਮਰ ਆ। ਕਹਿਣ ਤੋਂ ਭਾਵ ਵੀ ਬੱਚਿਆਂ ਵਾਲੀ ਉਮਰ ਆ। ਰਹਿਨ ਮਾਤ ਢਿੱਗ ਬੈਸ ਜਿਨਹੁ ਕੀ, ਵੀ ਉਹਨਾਂ ਦੀ ਤੇ ਉਮਰ ਉਹ ਹੈ ਵੀ ਜਿਸ ਉਮਰ ਦੇ ਵਿੱਚ ਬੱਚਾ ਮਾਤਾ ਦੀ ਗੋਦ ਦੇ ਵਿੱਚ ਰਹਿੰਦਾ, ਮਾਂ ਦੀ ਉਂਗਲ ਫੜ ਕੇ ਚੱਲਦਾ, ਉਹਨਾਂ ਦੀ ਤੇ ਉਮਰ ਹੀ ਇੰਨੀ ਕਾ। ਕਿਮ ਆਵਹਿ ਹਮ ਕਰਹਿ ਕਾਰਨ, ਔਰੰਗਜ਼ੇਬ ਉਹ ਕਹਿੰਦੇ ਵਿਚਾਰਦਾ ਵੀ ਉਹ ਇੱਥੇ ਕਿਵੇਂ ਆਊਗਾ, ਤੇ ਬੱਚਿਆਂ ਵਰਗਾ। ਮੈਂ ਬੁਲਾਉਣਾ ਕਿਵੇਂ ਕਰਾਂ, ਸੱਦਾਂ ਕਿਵੇਂ? ਪਦਵੀ ਉੱਚੀ ਹੈ। ਔਰੰਗਜ਼ੇਬ ਆ ਜਿਹੜਾ, ਉਹਦੀ ਗੁਰੂ ਘਰ ਦੇ ਪ੍ਰਤੀ ਕੋਈ ਬਹੁਤੀ ਸ਼ਰਧਾ ਨਹੀਂ, ਉਹਦਾ ਆਪਣਾ ਖਿਆਲ ਹੈ, ਉਹ ਨਿੱਜੀ ਖਿਆਲ ਨਾਲ ਵਿਚਾਰਦਾ। ਉਹਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਬੱਚਾ ਲੱਗਦਾ, ਤੇ ਉਹ ਆਖਦਾ, ਕਹਿੰਦਾ ਵੀ ਮੈਂ ਸੱਦਣਾ ਕਿਵੇਂ ਕਰਾਂ, ਬੁਲਾਵਾਂ ਕਿਵੇਂ, ਕੀ ਕਹਿ ਕੇ ਸੱਦਾਂ? ਉਹਦੇ ਤੇ ਕਿਸੇ ਪ੍ਰਕਾਰ ਦਾ ਕੋਈ ਗੁਨਾਹ ਵੀ ਨਹੀਂ ਹੋ ਸਕਣਾ। ਇਹ ਵੀ ਨਹੀਂ ਆਖ ਸਕਦੇ ਵੀ ਉਹਨੇ ਇਹ ਗੁਨਾਹ ਕਰ ਦਿੱਤਾ ਤਾਂ ਸੱਦਿਆ। ਵੀ ਮੈਂ ਬੁਲਾਵਾਂ ਕਿਹੜੇ ਢੰਗ ਨਾਲ, ਸੱਦਾਂ ਕਿਵੇਂ? ਕਹਿੰਦਾ ਬੱਚਿਆਂ ਵਰਗੇ ਤੇ ਹੈਗੇ, ਉਹ ਚੱਲ ਕੇ ਕਿਵੇਂ ਆਉਣਗੇ ਇੱਥੇ? ਨਹਿ ਨਿਕਸਿਓ ਘਰ ਤੇ ਕਿਸ ਕਾਰਨ, ਭਰਾਤ ਪਨੇ ਮਹਿ ਅਦਕ ਸਰੀਕਾ। ਕਰਹਿ ਦਵੇਸ ਨਹਿ ਚਾਹਹਿ ਨੀਕਾ। ਔਰੰਗਜ਼ੇਬ ਕਹਿੰਦੇ ਉਦੋਂ ਰਾਮ ਰਾਏ ਦੀ ਗੱਲ ਸੁਣ ਕੇ ਮਨ ਅੰਤਰ ਵਿਚਾਰਦਾ ਵੀ ਇਹ ਜਿਹੜਾ ਰਾਮ ਰਾਏ ਹੈ ਨਾ, ਵੀ ਇਹਨੂੰ ਘਰ ਦੇ ਵਿੱਚੋਂ ਕਹਿੰਦਾ ਐਵੇਂ ਨਹੀਂ ਕੱਢਿਆ ਗਿਆ। ਜਿਹੜਾ ਇਹਦੇ ਪਿਤਾ ਨੇ ਇਹਨੂੰ ਘਰੋਂ ਕੱਢਤਾ ਨਾ, ਬੇਦਖਲ ਕਰ ਦਿੱਤਾ, ਵੀ ਇਹਦਾ ਕਾਰਨ ਹੈ ਕੋਈ, ਊਂ ਨਹੀਂ ਕੱਢਿਆ ਗਿਆ। ਭਰਾਤ ਪਨੇ ਮਹਿ ਅਦਕ ਸਰੀਕਾ, ਵੀ ਇਹ ਵੀ ਕਹਿੰਦਾ ਮੇਰੇ ਵਰਗਾ ਹੀ ਆ, ਇਹ ਵੀ ਭਰਾ ਨਾਲ ਬਹੁਤਾ ਕਹਿੰਦਾ ਸਰੀਕਾ ਕਰਦਾ, ਬਖਰੇਵਾਂ ਜਿਹਾ ਕਰਦਾ, ਭਰਾ ਨੂੰ ਸ਼ਰੀਕ ਕਰਕੇ ਜਾਣਦਾ। ਕਰਹਿ ਦਵੈਸ਼, ਭਰਾ ਨਾਲ ਈਰਖਾ ਕਰਦਾ। ਨਹਿ ਚਾਹਹਿ ਨੀਕਾ, ਆਪਣੇ ਭਰਾ ਨੂੰ ਕਹਿੰਦੇ ਚੰਗਾ ਨਹੀਂ ਸਮਝਦਾ। ਜਿਮ ਹੋਇਓ ਹੈ ਸਦਨ ਹਮਾਰੇ, ਉਹ ਮਨ 'ਚ ਵਿਚਾਰਦਾ, ਕਹਿੰਦਾ ਵੀ ਇਹ ਤਾਂ ਬਿਲਕੁਲ ਸਾਡੇ ਘਰ ਵਰਗੀ ਗੱਲ ਜੀ ਆ, ਜਿਵੇਂ ਸਾਡੇ ਘਰੇ ਹੋਇਆ। ਰਾਜ ਕਰਿਓ ਨਿਜ ਭਰਾਤਨ ਮਾਰੇ, ਵੀ ਰਾਮ ਰਾਏ ਦੀ ਤਾਂ ਰਾਸੀ ਕਹਿੰਦਾ ਮੇਰੇ ਨਾਲ ਮਿਲਦੀ ਜੁਲਦੀ ਆ, ਜਿਵੇਂ ਮੈਂ ਰਾਜ ਕਰਨ ਵਾਸਤੇ ਆਪਦੇ ਭਰਾ ਮਾਰਤੇ ਨਾ, ਵੀ ਇਹ ਵੀ ਉਵੇਂ ਜਿਵੇਂ ਮੈਂ ਕਹਿੰਦਾ ਰਾਜ ਖੋਲ੍ਹਿਆ, ਉਵੇਂ ਭਰਾ ਤੋਂ ਗੁਰਤਾ ਗੱਦੀ ਖੋਹਣ ਨੂੰ ਫਿਰਦਾ। ਤਿਮ ਸਗਰੇ ਜਗ ਮੈਂ ਵਰਤਾਰਾ, ਕਹਿੰਦਾ ਵੀ ਇਹ ਇਕੱਲੇ ਮੇਰੇ ਘਰ ਦਾ ਰੌਲਾ ਨਹੀਂ। ਔਰੰਗਜ਼ੇਬ ਨੂੰ ਸਮਝ ਆਈ ਵੀ ਇਹ ਤਾਂ ਸਾਰੇ ਸੰਸਾਰ 'ਚ ਹੀ ਆ ਇਹ ਮਸਲਾ। ਭਰਾ ਤੋਂ ਕਹਿੰਦਾ ਭਰਾ ਸਾਰੇ ਹੀ ਦੁਖੀ ਹੋਏ ਫਿਰਦੇ ਆ। ਇਹ ਭਰਾਵਾਂ ਵਾਲਾ ਜਿਹੜਾ ਮਸਲਾ ਹੈ ਨਾ, ਇਹ ਪੁਰਾਣਾ ਚੱਲਿਆ ਹੁੰਦਾ, ਬਹੁਤਾ ਪੁਰਾਣਾ। ਕੌਰਵ ਅਤੇ ਪਾਂਡਵ ਭਰਾ ਸੀ ਆਪਸ ਦੇ ਵਿੱਚ। ਜਦੋਂ ਰਾਮਚੰਦਰ ਨੂੰ ਬਨਵਾਸ ਹੁੰਦਾ ਹੈ ਨਾ, ਉਹਦੀ ਮਤਰੇਈ ਮਾਂ ਸੀ ਕੇਕਈ। ਦਸ਼ਰਥ ਰਾਜੇ ਦੇ 3 ਪਤਨੀਆਂ ਸੀ। ਇਹ ਜਿਹੜਾ ਰਾਮਚੰਦਰ ਸੀ ਨਾ, ਇਹ ਉਹਦੀ ਵੱਡੀ ਪਤਨੀ ਤੋਂ ਪੈਦਾ ਹੋਇਆ ਸੀ, ਕੁਸ਼ਲਿਆ ਤੋਂ। ਇੱਕ ਉਹਦੀ ਜਿਹੜੀ ਦੂਸਰੀ ਪਤਨੀ ਸੀ, ਉਹ ਤੋਂ ਭਰਤ ਪੈਦਾ ਹੋਇਆ ਸੀ, ਜਿਹਦਾ ਨਾਮ ਸੀ ਕੇਕਈ। ਤੀਸਰੀ ਪਤਨੀ ਤੋਂ 2 ਪੁੱਤਰ ਪੈਦਾ ਹੋਏ ਸੀ। ਉਹ ਦੋਨੇ ਜਿਹੜੇ ਸੀ ਕਹਿੰਦੇ ਵੀ ਉਹਨਾਂ ਨੂੰ ਕੋਈ ਬਹੁਤੀ ਰਾਜ ਦੀ ਇੱਛਾ ਹੀ ਨਹੀਂ ਸੀ। ਉਹ ਦੋਨੇ ਸੇਵਾ ਭਾਵੀ ਜੇ ਸੀ, ਇੱਕ ਲਛਮਣ ਅਤੇ ਇੱਕ ਸ਼ਤਰੂਘਨ। ਭਰਤ ਦੀ ਮਾਂ ਦੀ ਇੱਛਾ ਸੀ ਵੀ ਮੇਰਾ ਪੁੱਤ ਰਾਜਾ ਹੋਵੇ, ਬਲਕਿ ਜਿਹੜਾ ਭਰਤ ਸੀ ਉਹ ਆਪ ਰਾਜਾ ਨਹੀਂ ਸੀ ਬਣਨਾ ਚਾਹੁੰਦਾ।
ਨਾ ਉਹਦੀ ਕੋਈ ਰਾਜ ਦੀ ਇੱਛਾ ਸੀ। ਇਹਦਾ ਜ਼ਿਕਰ ਰਾਮਾਇਣ 'ਚ ਵੀ ਆਉਂਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਦੇ ਦਰਮਿਆਨ ਰਾਮਾ ਚਰਿੱਤਰ ਦੇ ਵਿੱਚ ਕਥਨ ਕਰਦੇ ਆ। ਉੱਥੇ ਵੀ ਦੋ ਭਰਾਵਾਂ ਦੇ ਰਾਜ ਨੂੰ ਲੈ ਕਰਕੇ ਰਾਮ ਚੰਦਰ ਨੂੰ ਬਨਵਾਸ ਹੁੰਦਾ। ਉੱਥੇ ਭਰਾਵਾਂ 'ਚ ਈਰਖਾ ਨਹੀਂ ਸੀ, ਪਰ ਫਰਕ ਇੰਨਾ ਕੁ ਸੀ, ਪਰ ਮਸਲਾ ਸੀ। ਫਿਰ ਮਹਾਂਭਾਰਤ ਹੋਈ। ਉੱਥੇ ਵੀ ਉਹ ਕੌਰਵ ਅਤੇ ਪਾਂਡਵ ਆਪਸ ਦੇ ਵਿੱਚ ਭਰਾ ਸੀ, ਸਕੇ ਤਾਏ ਚਾਚੇ ਦੇ ਪੁੱਤ ਸੀ। ਉਹ ਵੀ ਰਾਜ ਕਰਕੇ ਲੜੇ, ਰਾਜ ਕਰਕੇ ਆਪਸੀ ਈਰਖਾ ਦਵੈਸ਼ ਵੱਧਦੀ ਗਈ। ਅਖੀਰ ਨੂੰ ਗੱਲ ਜਿਹੜੀ ਜੰਗ ਹੋ ਕੇ ਇੱਕ ਮਹਾਨ ਯੁੱਧ ਹੋ ਕੇ ਮੁੱਕੀ। ਇੱਕ ਪੱਖ ਮਾਰਿਆ ਗਿਆ, ਜਿਹੜਾ ਬਚ ਗਿਆ ਉਹਨੇ ਰਾਜ ਕੀਤਾ। ਭਰਾਵਾਂ ਦੀ ਈਰਖਾ, ਇਹ ਭਰਾਵਾਂ ਵਾਲਾ ਮਸਲਾ ਪੁਰਾਣਾ ਚੱਲਿਆ ਆਉਂਦਾ। ਭਰਾ ਦੀ ਭਰਾ ਨਾਲ ਈਰਖਾ। ਗੁਰੂ ਘਰ ਦੇ ਵਿੱਚ ਪ੍ਰਿਥੀਆ ਹੋਇਆ। ਪ੍ਰਿਥੀਏ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਈਰਖਾ ਕੀਤੀ। ਇੰਨੀ ਈਰਖਾ ਕੀਤੀ, ਉਹ ਜਦੋਂ ਤੱਕ ਮਰਦੇ ਦਮ ਤੱਕ ਉਹਨੇ ਉਹ ਆਪਣੀ ਜਿਹੜੀ ਈਰਖਾ ਉਹਨੂੰ ਨਿਭਾਇਆ। ਪ੍ਰਿਥੀਆ ਇੰਨੀ ਈਰਖਾ ਕਰਦਾ ਸੀ, ਉਹਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਤਲ ਕਰਵਾਉਣ ਵਾਸਤੇ ਸੁਲਹੀ ਅਤੇ ਸੁਲਭੀ ਦੋ ਨੂੰ ਸੱਦਿਆ, 2 ਵਾਰ ਹਮਲਾ ਕਰਵਾਇਆ। ਉਹ ਦੋਨੇ ਮਾਰੇ ਗਏ। ਗੁਰੂ ਹਰਗੋਬਿੰਦ ਸਾਹਿਬ ਪ੍ਰਿਥੀਏ ਦੇ ਰਿਸ਼ਤੇ ਕਰਕੇ ਭਤੀਜੇ ਸੀ। 3 ਵਾਰ ਉਹਨੇ ਯਤਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਰਵਾਉਣ ਦਾ। ਇੱਕ ਵਾਰ ਉਹ ਇੱਕ ਦਾਈ ਭੇਜੀ, ਇੱਕ ਵਾਰ ਇੱਕ ਛਪੇਰਾ ਭੇਜਿਆ ਜਿਹਨੇ ਸੱਪ ਛੱਡਿਆ। ਫਿਰ ਇੱਕ ਵਾਰ ਉਹ ਇੱਕ ਬਾਹਮਣਾਂ ਦਾ ਲੜਕਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖੜਾਉਣ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਘਰ ਰੱਖਿਆ ਸੀ ਨਾ, ਉਹਨੂੰ ਰਿਸ਼ਵਤ ਦੇਤੀ ਸੀ 500 ਰੁਪਈਆ। ਕਹਿੰਦਾ ਮੇਰੇ ਭਤੀਜੇ ਨੂੰ ਦਹੀਂ 'ਚ ਜ਼ਹਿਰ ਮਿਲਾ ਕੇ ਖਵਾ ਦੇ। ਇਹ ਈਰਖਾ ਜਿਹੜੀ ਆ ਨਾ, ਭਰਾਵਾਂ ਦੇ ਵਿੱਚ ਈਰਖਾ ਨਿੱਜੀ ਲਾਲਚਾਂ ਨੂੰ ਲੈ ਕੇ ਪੁਰਾਣੀ ਚੱਲਦੀ ਆਉਂਦੀ ਆ, ਅਤੇ ਆਪਾਂ ਅੱਜ ਕੱਲ੍ਹ ਵੀ ਸੁਣਦੇ ਰਹਿੰਦੇ ਹਾਂ। ਇੱਕ ਕੱਲ੍ਹ ਦੀ ਗੱਲ ਆ ਵੀ ਉਹ ਲੜਕਾ ਕਹਿੰਦੇ ਨਸ਼ੇੜੀ ਸੀ, ਖਬਰ ਚੱਲ ਰਹੀ ਸੀ ਸੋਸ਼ਲ ਮੀਡੀਆ 'ਤੇ। ਲੜਕੇ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਹਾਂਜੀ, ਹੈਰਾਨੀ ਜੀ ਵਾਲੀ ਗੱਲ ਆ। ਔਰੰਗਾ ਮਰ ਗਿਆ, ਪਰ ਔਰੰਗੇ ਵਰਗੇ ਕਾਰਨਾਮੇ ਧਰਤੀ 'ਤੇ ਅੱਜ ਵੀ ਹੁੰਦੇ ਆ। ਸ਼ਾਹਜਹਾਨ ਔਰੰਗੇ ਦਾ ਪਿਤਾ ਸੀ, ਉਸ ਨੇ ਮਰਵਾਇਆ। ਕਾਰਨਾਮੇ ਉਹੋ ਜਿਹੇ ਅੱਜ ਵੀ ਹੁੰਦੇ ਰਹਿੰਦੇ ਆ। ਲਾਲਚ ਹਿਤ ਰਾਜ ਹਿਤ ਉਹਨੇ 3 ਭਰਾ ਮਰਵਾ ਦਿੱਤੇ ਸੀ। ਆਪਾਂ ਆਮ ਹੀ ਪੜ੍ਹਦੇ ਸੁਣਦੇ ਰਹਿੰਦੇ ਹਾਂ, ਅਖਬਾਰਾਂ 'ਚ ਖਬਰਾਂ ਰੋਜ਼ਾਨਾ ਹੀ ਛਪਦੀਆਂ। ਫਲਾਣੇ ਪਿੰਡ ਵੀ ਭਰਾ ਨੇ ਭਰਾ ਮਾਰਤਾ ਜ਼ਮੀਨ ਕਰਕੇ, ਵਟਾਂ ਦੇ ਰੌਲੇ ਕਰਕੇ। ਚਾਚੇ ਨੇ ਭਤੀਜਾ ਜਾਂ ਭਤੀਜੇ ਨੇ ਚਾਚਾ ਮਾਰਤਾ। ਇਹ ਈਰਖਾ ਦਾ ਮਸਲਾ ਹੈ ਸਾਰਾ। ਇਹ ਪੁਰਾਣੀ ਚੱਲਦੀ ਆਉਂਦੀ ਆ ਗੱਲ। ਸੋ ਔਰੰਗਜ਼ੇਬ ਕਹਿੰਦੇ ਮਨ 'ਚ ਵਿਚਾਰਦਾ ਵੀ ਇਹ ਤਾਂ ਸਾਰੇ ਜਗਤ 'ਚ ਹੀ ਆ। ਕਹਿੰਦਾ ਮੈਂ ਇਕੱਲੇ ਨੇ ਨਹੀਂ ਕੀਤਾ। ਉਹਨੂੰ ਵੀ ਹੱਲਾਸ਼ੇਰੀ ਮਿਲ ਗਈ। ਕਹਿੰਦਾ ਮੈਨੂੰ ਤਾਂ ਲੱਗਦਾ ਸੀ ਵੀ ਇਹ ਮੈਂ ਇਕੱਲੇ ਨਹੀਂ ਕੰਮ ਕੀਤਾ, ਭਰਾ ਮਾਰਨ ਵਾਲਾ। ਲੈ ਵੀ ਇਹ ਤਾਂ ਰਾਮ ਰਾਏ ਕਹਿੰਦਾ ਇਹਦੇ ਕੋਲ ਇੰਨੀਆਂ ਅਜ਼ਮਤਾਂ, ਮੈਂ ਇਹਨੂੰ ਰੂਹਾਨੀ ਸ਼ਖਸ ਸਮਝਦਾ ਸੀ। ਮੈਨੂੰ ਲੱਗਦਾ ਸੀ ਵੀ ਇਹ ਕੋਈ ਰੱਬੀ, ਕਹਿੰਦਾ ਕੋਈ ਵਲੀ ਹੈ, ਕੋਈ ਅੱਲਾ ਦਾ ਵਲੀ ਹੈ, ਕੋਈ ਫਕੀਰ ਆ, ਕੋਈ ਪੈਗੰਬਰ ਅਵਤਾਰ ਹੈ। ਇਹ ਤਾਂ ਮਸਲਾ ਇਹਦੇ ਕੋਲ ਵੀ ਹੈਗਾ। ਇਹ ਵੀ ਭਰਾ ਨਾਲ ਈਰਖਾ ਕਰਦਾ, ਇਹ ਵੀ ਭਰਾ ਨੂੰ ਸ਼ਰੀਕ ਸਮਝਦਾ। ਇਹ ਤਾਂ ਕਹਿੰਦਾ ਵੀ ਮੇਰੇ ਵਰਗਾ ਹੀ। ਇਹ ਤਾਂ ਵਿਵਹਾਰ ਸਾਰੇ ਜਗਤ 'ਚ ਹੀ ਚੱਲ ਰਿਹਾ। ਔਰੰਗਜ਼ੇਬ ਕਹਿੰਦੇ ਉਦੋਂ ਇਹ ਗੱਲ ਵਿਚਾਰਦਾ। ਥੋਤ ਸਰੀਕੇ ਮਹਿ ਦੁੱਖ ਭਾਰਾ। ਔਰੰਗਜ਼ੇਬ ਵਿਚਾਰਦਾ, ਕਹਿੰਦਾ ਵੀ ਜਿਹੜਾ ਸਰੀਕਾ ਨਾ, ਇਹਦੇ ਵਿੱਚ ਵੀ ਦੁੱਖ ਹੁੰਦਾ। ਕਹਿੰਦਾ
ਇਹਦੇ 'ਚ ਭਾਰੀ ਦੁੱਖ ਹੈ। ਤੈਸੀ ਰੀਤ ਇਨਹੁ ਮਹਿ ਭਈ, ਜਿਹੜੀ ਗੱਲ ਕਹਿੰਦਾ ਵੀ ਕਈ ਵਰੇ ਪਹਿਲਾਂ ਸਾਡੇ ਘਰ 'ਚ ਹੋਈ ਨਾ, ਜੋ ਮੈਂ ਕੀਤਾ, ਅੱਜ ਉਹ ਕਹਿੰਦਾ ਵੀ ਰਾਮ ਰਾਏ ਕਰਨਾ ਚਾਹੁੰਦਾ। ਰਾਮ ਰਾਏ ਦੇ ਮਨ 'ਚ ਵੀ ਉਹ ਈਰਖਾ ਪੈਦਾ ਹੋ ਗਈ। ਮਮ ਸਮ ਲਗਨੇ ਗਾਦੀ ਲਈ, ਤਿਨ ਪਠ ਦੂਤ ਹਕਾਰੋਂ ਜਬੈ, ਰਿਸ ਕਰ ਸਰਾਪ ਨਾ ਕੁਛ ਕਹਿ ਤਬੈ। ਔਰੰਗਜ਼ੇਬ ਮਨ 'ਚ ਵਿਚਾਰਦਾ ਵੀ ਕਹਿੰਦਾ ਵੀ ਇਹਦੇ ਰਾਮ ਰਾਏ ਦੇ ਛੋਟੇ ਭਰਾ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਆ, ਜਿਨ੍ਹਾਂ ਦੀ ਹਜੇ ਉਮਰਾਂ ਵੀ ਛੋਟੀ ਜੀ ਆ, ਦੇਖਣ ਨੂੰ ਉਹ ਬੱਚਿਆਂ ਵਰਗੇ ਆ। ਉਹ ਮਨ 'ਚ ਖਿਆਲ ਕਰਦਾ ਵੀ ਰਾਮ ਰਾਏ ਨੇ ਆਖਿਆ ਤੇ ਇਹਦਾ ਮਾਣ ਰੱਖਣ ਵਾਸਤੇ ਕੁਝ ਕਰਨਾ ਤੇ ਪੈਣਾ, ਇਹਦੇ ਨਾਲ ਪ੍ਰਾਣੀ ਨੇੜਤਾ। ਫਿਰ ਉਹ ਮਨ ਕਰਕੇ ਕਹਿੰਦੇ ਔਰੰਗਜ਼ੇਬ ਵਿਚਾਰਦਾ, ਉਹ ਕਹਿੰਦਾ ਵੀ ਉਹ ਮੈਂ ਬੁਲਾਉਣਾ ਕਿਵੇਂ ਕਰਾਂ, ਜੇ ਮੰਨ ਲਓ ਵੀ ਕੋਈ ਦੂਤ ਭੇਜ ਕੇ ਇੱਥੇ ਸੱਦ ਵੀ ਲੈਣਾ। ਰਿਸ ਕਰ ਸਰਾਪ ਨਾ ਕੁਛ ਕਹਿ ਤਬੈ। ਔਰੰਗਜ਼ੇਬ ਜਿਹੜਾ ਰਾਮ ਰਾਏ ਹੈ, ਇਹ ਕੇਵਲ ਗੁਰੂ ਕਾ ਪੁੱਤਰ ਸੀ, ਇਹਦੇ ਕੋਲ ਇੰਨੀ ਸਮਰੱਥਾ। ਔਰੰਗਜ਼ੇਬ ਨੇ ਰਾਮ ਰਾਏ ਦੀ ਸਮਰੱਥਾ ਵੇਖੀ ਸੀ, ਜਿਹਦੇ ਕਰਕੇ ਉਹ ਨੇੜੇ ਰੱਖਦਾ ਸੀ। ਫਿਰ ਉਹ ਸੋਚਦਾ ਵੀ ਇਹਦਾ ਭਰਾ ਤੇ ਆਪ ਗੁਰੂ ਹੈ, ਉਹ ਜ਼ਿਆਦਾ ਤਕੜਾ ਹੋਣਾ, ਉਹਦਾ ਬਲ ਜ਼ਿਆਦਾ ਹੋਵੇਗਾ। ਜੇ ਕਿਤੇ ਕਹਿੰਦਾ ਵੀ ਗੁੱਸੇ ਜਾ ਕੇ ਮੈਨੂੰ ਕੋਈ ਸਰਾਪ ਆਖ ਦਿੱਤਾ, ਕੋਈ ਬਚਨ ਐਸਾ ਕਹਿ ਦਿੱਤਾ, ਪ੍ਰਥਮ ਹਕਾਰੇ ਇਹ ਚੱਲ ਆਇਓ, ਅਜਮਤ ਜੁਤ ਕਰੇ ਤਹਿ ਪਠਾਇਓ। ਔਰੰਗਾ ਵਿਚਾਰਦਾ, ਕਹਿੰਦਾ ਵੀ ਪਹਿਲਾਂ ਮੈਂ ਗੁਰੂ ਹਰ ਰਾਏ ਸਾਹਿਬ ਨੂੰ ਸੱਦਿਆ ਸੀ, ਭਾਵ ਰਾਮ ਰਾਏ ਦੇ ਪਿਤਾ ਨੂੰ, ਉਹਨਾਂ ਅਜਮਤ ਦੇ ਸਮੇਤ ਕਰਕੇ ਇਹਨੂੰ ਭੇਜ ਦੇਣਾ ਕੀਤਾ ਰਾਮ ਰਾਏ ਨੂੰ। ਜੋ ਹਮ ਚਹਿਤ ਸਕਲ ਕਰਵਾਇਓ, ਕਹਿੰਦਾ ਵੀ ਮੈਂ ਜੋ ਵੀ ਕਹਿੰਦਾ ਆਖਣਾ ਕੀਤਾ ਉਹ ਇਹਨੇ ਸਾਰਾ ਕਰ ਦਿੱਤਾ, ਜੋ ਜੋ ਚਾਹਿਆ ਉਹ ਕਰਵਾ ਕੇ ਵੇਖਿਆ। ਸਰਬ ਰੀਤ ਨੀਕੇ ਪਤੇ ਆਇਓ। ਔਰੰਗਾ ਬੁੱਧੀ ਨਾਲ ਵਿਚਾਰਦਾ, ਮੈਂ ਸਰਬ ਤਰ੍ਹਾਂ ਕਰਕੇ, ਹਰ ਤਰ੍ਹਾਂ ਕਰਕੇ ਰਾਮ ਰਾਏ ਨੂੰ ਪਰਖ ਕੇ ਦੇਖਿਆ, ਇਹਦੀ ਕਲਾ ਨੂੰ ਪਰਖਿਆ, ਕਹਿੰਦਾ ਪਰਖ ਕੀਤੀ ਆ। ਅਬ ਜੇ ਕਰ ਜੋਰ ਹਕਾਰਹੁ, ਜੇ ਕਹਿੰਦਾ ਵੀ ਮੈਂ ਹੁਣ ਜ਼ੋਰ ਕਰੂੰਗਾ, ਕੋਈ ਬਲ ਕਰੂੰਗਾ। ਸਾਹੋ ਦਵੈਸ ਕੋ ਠਟਹਿ ਵਿਚਾਰਹਿ, ਉਹ ਮਨ ਅੰਤਰ ਕਹਿੰਦਾ ਵੀ ਵਿਚਾਰਨਗੇ ਵੀ ਬਾਦਸ਼ਾਹ ਦਵੈਸ ਕਰਦਾ, ਔਰੰਗਾ ਈਰਖਾ ਕਰਦਾ। ਔਰੰਗਾ ਵਿਚਾਰਦਾ ਵੀ ਇਹ ਗੱਲ ਆ ਨਾ ਜਿਹੜੀ, ਇਹ ਤੇ ਭਾਂਡਾ ਮੇਰੇ ਸਿਰ ਫੁੱਟ ਜਾਣਾ। ਰਾਮ ਰਾਏ ਦੀ ਈਰਖਾ ਵਾਲਾ ਕਿਸੇ ਨੇ ਨਹੀਂ ਵੇਖਣਾ ਵੀ ਰਾਮ ਰਾਏ ਈਰਖਾ ਕਰਦਾ। ਜੇ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੱਦ ਲਿਆ, ਸਿੱਖਾਂ ਨੇ ਸਮਝਣਾ ਵੀ ਇਹ ਔਰੰਗਾ ਈਰਖਾ ਕਰਦਾ। ਕਹਿੰਦਾ ਵੀ ਗੱਲ ਇਹ ਬਣ ਜਾਣੀ ਆ। ਉਹ ਵਿਚਾਰ ਰਿਹਾ, ਵੱਡੋ ਭਰਾਤ ਜੇ ਪਹੁੰਚਿਓ ਪਾਸ, ਮਮ ਅਧੀਨ ਪੁਨ ਰਹਿ ਕਿਆਸ। ਇਮ ਵਿਚਾਰ ਔਰ ਨੌਰੰਗ ਕਹੈ। ਇਸ ਪ੍ਰਕਾਰ ਫਿਰ ਕਹਿੰਦੇ ਔਰੰਗਾ ਵਿਚਾਰਦਾ, ਕਹਿੰਦਾ ਵੀ ਜੇ ਇਹ ਜਿਹੜਾ ਰਾਮ ਰਾਏ ਆ, ਇਹਦੀ ਗੱਲ ਨਾ ਸੁਣੀ, ਇਹ ਮੇਰੇ ਕੋਲ ਰਹਿੰਦਾ, ਜੇ ਇਹਦੀ ਬਾਤ ਨਾ ਸੁਣੀ ਤੇ ਇਹਨੇ ਕਹਿੰਦਾ ਮੇਰੇ ਕੋਲ ਰਹਿ ਕੇ ਕੀ ਕਰਨਾ, ਇਹਨੂੰ ਭਲਾ ਮੇਰਾ ਕੀ ਆਸਰਾ। ਇਹ ਵੀ ਮੇਰੇ ਕੋਲ ਰਹਿੰਦਾ, ਇੱਥੇ ਰਹਿ ਰਿਹਾ, ਇਹ ਵੀ ਕਿਸੇ ਆਸ ਕਰਕੇ ਰਹਿੰਦਾ, ਇਹਨੂੰ ਵੀ ਲੱਗਦਾ ਵੀ ਮੈਂ ਬਾਦਸ਼ਾਹ ਵੱਸ 'ਚ ਕੀਤਾ ਹੋਇਆ। ਜਦੋਂ ਇਹਦੀ ਗੱਲ ਨਾ ਮੰਨੀ, ਕੋਈ ਗੱਲ ਨਾ ਸੁਣੀ, ਫਿਰ ਕਹਿੰਦਾ ਵੀ ਇਹ ਚਲਿਆ ਜਾਵੇਗਾ, ਰਾਮ ਰਾਏ ਨੇ ਇੱਥੇ ਨਹੀਂ ਰਹਿਣਾ। ਰਾਮ ਰਾਏ ਤੋਂ ਔਰੰਗਜ਼ੇਬ ਆਪਦੇ ਬਹੁਤੇ ਸਾਰੇ ਕੰਮ ਕਰਵਾ ਲੈਂਦਾ ਸੀ ਮਨ ਮਰਜ਼ੀ ਦੇ। ਉਹ ਕਹਿੰਦਾ ਵੀ ਜਦ ਇਹ ਚਲਿਆ ਗਿਆ, ਉਹ ਕੰਮ ਕੌਣ ਕਰੂਗਾ, ਇਹੋ ਜਿਹਾ ਅਜ਼ਮਤ ਵਾਲਾ ਬੰਦਾ ਮੈਨੂੰ ਦੂਜਾ ਨਹੀਂ ਮਿਲਣਾ ਮੇਰੇ ਕੰਮ ਕਰਨ ਨੂੰ। ਇਸ ਪ੍ਰਕਾਰ ਕਹਿੰਦੇ ਆਏ ਔਰੰਗਜ਼ੇਬ ਉੱਥੇ ਦੁਬਿਧਾ ਜੀ 'ਚ ਫਸ ਗਿਆ। ਇਮ ਵਿਚਾਰ, ਇਸ ਗੱਲ 'ਤੇ ਚੰਗੀ ਤਰ੍ਹਾਂ ਕਹਿੰਦੇ ਵਿਚਾਰ ਕਰਕੇ
नौरंग कहे औरंगजेब आखण लगा, क्या कहें बात बुलावन चाहें। वो आखदा है क्या कहें बात, भी बाबे राम राए भी ये तू कहना की गल आखदा। बुलावन चाहें, तू अपने छोटे भरा भाव गुरु हरकृष्ण साहब नूं इत्थे बुलाउणा चाहुंदा। अजमत हेरन केर हकाਰਨ, उन्हां दी भी अजमत वेखणी करिए। सो तुम कीनस प्रथम दिखारन, बई गुरु घर दी कहना वाकई बड़ी अजमत आ। मैं तो कहना पहले ही मन चुकिया भी मैं तो बाबे राम राय अजमत तैथों वेख ली, कहना तू इन्नी अजमत दिखा दी, मैं अजमत ना रज गया, कहना मैं तो वेख ली अजमत। अब निसफल ही दूत पठन है, भी हुण उत्थे दूत भेजना, कहना एवें गुरु हरकृष्ण साहब उन्होंने सदना। मैं सुनिया उन्होंने उम्र भी न्याणी जी आ, एवें कष्ट देना कहना भी ये व्यर्था काम होऊगा, नेफल होऊगा। लग बै आवन तिनहों कठन है, उन्होंने उम्र छोटी है, एडी दूर कहना उन्होंने चल के आना बड़ा कठिन होऊगा। उदों दिल्ली बड़ी दूर हुंदी सी, उदों किहड़ा कोई गड्डी जां जहाज हुंदा सी। उदों जां ते घोड़े ते जाना हुंदा सी जां बैल गड्डी ते जाना हुंदा सी, कई दिनां च पहुंचिया जांदा हुंदा सी। थोड़े जे दिन च कोक जिहड़ा कई कोक दा जिहड़ा सफ़र तय हुंदा सी। इन्ने नूं रात पै जांदी सी, फिर रात कट के अगले दिन फेर चलदे सी। ऐं लंबा समा लग जांदा सी, इन्ना सफ़र तय करदे लंबे समय दा काम बन जांदा सी आउण जाण वाला। जदों कोई बहुता जरूरी काम कीता जांदा सी ना, ते कई घोड़ सवार भेजे जांदे सीगे, जिहड़े अगे तो अगे दिन रात जांदा हुंदा सी। एक दूत दिने चलदा सी, एक रात नूं चलदा सी गांह दी गांह। फिर छेती तो छेती जिहड़ा कोई कागज़ जे कोई जरूरी भेजिया जांदा सी ना कोई, फिर वो पहुँचदा कीता जांदा हुंदा सी। नहीं कई दिनां दा काम हुंदा सी पंजाबों दिल्ली जाना, लंबा समा लग जांदा सी। आए औरंगजेब विचारदा भी उन्होंने कहना उन्होंने उम्र छोटी है, उन्होंने इत्थे आउण ते एवें कष्ट होऊगा। कहना एक श्री गुर के सुत हो दो, भी एक तो कहना सतगुरु गुरु हर राय साहब महाराज आप जी दोने उन्होंने पुत्र हो। कहना अत अजमत मह समसर हो, भी कहना बाबा राम राय तू गुरु का पुत्र है, तेरे कोल इन्नी अजमत आ। कहना वो तेरा भरा तो कहना आप गुरता गद्दी ते बैठा, सुभावक आ उहदे कोले अजमत ज़्यादा होवेगी। वो अजमत करके भी तैथों ज़्यादा होना। ऐं विचारदा कहंदे औरंगा आख रहा, किदों सुलग गादी पर टीका। मैं मनदा उमरा करके कहना भी तेरे नाल छोटे आ, शरीर करके भी छोटे आ, पर वो गुरता गद्दी ते बैठे आ, उन्होंने गुरता गद्दी दा तिलक होया। अज वो मालक है सारे कासे दे, सब उन्हां दे वस हथ है। तुम ते होया है अधिक वधीका, बाबे राम राय कहना मन चाहे ना मन, अज गुरु हरकृष्ण साहब तेरे नाल ज़्यादा उच्चे आ, तैथों वड्डे आ। लग बै ते जब होए विसाला, करहै हकाਰਨ को तिस काला। औरंगजेब कहंदे बुद्धि ना विचार के गल नूं टालण मारा खुद आखदा भी हजे तो उन्होंने उम्र छोटी आ, मैं उन्होंने किसी प्रकार की कोई सज़ा नहीं दे सकता, कुछ आख भी नहीं सकता। की आखूँगा, लोग की आखणगे भी बादशाह कहना मन्निया वो गुरु है, पर लोगों की निगाह च कहना हजे भी बच्चे आ। लोग आखणगे भी औरंगजेब बादशाह हुण बच्चों नाल मशवरे करता, ऐं कहना मेरी तुहीन हो जानी है। उन्हें इस गल नूं टालण वास्ते आख्या भी जदों कहना गुरु हरकृष्ण साहब की उम्र वड्डी हो गई ना, वो वड्डे हो गए, उदों मैं इत्थे बुला लवांगा, उदों उन्हां नाल कहना भी इस विषय ते गल करांगा, तैनूं तेरा अधिकार भी दवा दूंगा। अब तो अनुचित बात विचारों, भी बाबे राम राय होने जिहड़ी गल करनी है ना, कहना जोग नहीं होवेगी, चंगी नहीं है। पठ कै दूत ना निकट हकारों, भी हुण आपां कहना उन्होंने इत्थे ना सदीए, गुरु हरकृष्ण साहब नूं दिल्ली ना बुलाईए।
कोई दूत ना भेजना करिए। सुन श्री राम राय तब कहियो, जदों राम राय ने चिट्टा जा जवाब सुनिया ना औरंगजेब कोलों, फिर कहते राम राय आखन लगा, इम विचार तुम नीके लहियो। भी हाँ बादशाह कहता भी ये गल आप जी ने चंगी विचारी है। होत हकारण की जुगबाती, गर्भत करके बल बखियाती। कहता भी ये गल कहता चंगी कीती आ भी हुण कहता भी इत्थे ना सदीए। इत्थे सदन दे नाल कहता दो गल्लां हुंदियां, एक तो कहता जुग की बाती, गर्भत करके बल बखियाती। सदन की गल कहता दो तरह की हो सकती है, या तो हंकार करके भाव रोह पा के, या कहता बल दिखा के, दो ढंगां नाल सद्या जाऊगा। सो नह आछी बिघन परत है, भी वो गल हजे चंगी नहीं लगनी। गुरु हरकृष्ण साहब उन्हां दी ते उम्र छोटी है, कहता भी उन्हां ते की रोब पाईए, की उन्हां नूं जोर दिखाउणा करिए। भी ये गल अपने आप च ही चंगी जी नहीं लगती, कहण सुनन च ही चंगी जी नहीं लगती। देत शराप को क्रोध करत है। हाँ कहता भी ये गल भी पक्की है, भी जे उन्होंने क्रोध आ गया ना तो शराप जरूर दे देगा। विनय बखान बिलावन करो करनो, यह नीको पुरुषोत्तम बरनो। फिर वो राम राय भी कहते भी खेड़ जी खेड़ दाओ। कहना भी बादशाह भी जे कहना बेनती करके बुला लेना करो। गुरु हरकृष्ण साहब नूं बेनती करके दिल्ली सद लो तो उस पुरुषोत्तम उत्तम पुरुष नूं कहंदे आ। रजाउण वास्ते राम राय औरंगजेब नूं कहंदे पुरुषोत्तम, कहंदा तू पुरुषां चों उत्तम है। कहंदा ते कहंदा भी जे इंज करो भी कहंदा भी मेरे छोटे भरा गुरु हरकृष्ण साहब नूं बेनती करके सद लो। इम करते सब विघन विनाश है। इंज करन दे नाल ते सारे कहंदा रुकावटां जिहड़ियां ना दूर हो जाणगीਆਂ। नित प्रत मंगल महद प्रकाश है। निता प्रत कहना खुशी होवेगी, आनंद होवेगा। या ते करहों विचारन ऐसे, भी इस प्रकार कहना विचार करने करो। सो आवह अर सुख होए जैसे, भी गुरु हरकृष्ण साहब जी नूं इत्थे सुख समेत लिआंदा जावे। कर सन्मान हकारहों, ताही उन्हां नूं सन्मान दे नाल लिआंदा जावे, सद्या जावे। दरसों परसों बैसों पाहू, आप जी उन्हां दे दर्शन करिओ। कहंदा कोल बैठ लिओ, चरण परस लिओ। शराप भी नहीं देणगे, तुहानूं भी लाहा मिल जूगा। तिस छिन नृपजय सिंह सवाई, सुन बिरतांत सब कहिओ बुझाई। एक जय सिंह राजा सी, सवाई उहदी पदवी सी, रुतबा सी औरंगजेब दी सभा च। राजपूत राजा सी जिहदा नाम सी जय सिंह। वो जय सिंह सवाई कहंदे भी उन्हें सारी गल सुनी, राम राय वाला मसला सुन करके कहे वो बुझाई। कहंदे वो हुण जय सिंह राजा आखदा इस मुद्दे ते भी वो अपना जिहड़ा विचार रखण लगा। इहो जे बात गुरसुत ने कही। जय सिंह कहंदे औरंगजेब नूं आखदा बादशाह भी ये जिहड़ी बाबे राम राय ने कहंदा आ गल आखी है ना, सो हमने मन आछी लही, भी मैनू मन करके उत्तम लगी, कहंदा चंगी लगी। पूर्व भी प्रसंग अस भयो, भी यही तो कहंदा प्रसंग पहला भी होया एक दो बार। इनको बड़ो साहे ढिग आयो, भी इन्हां दे बड़े भाव इन्हां दे दादा गुरु हरगोबिंद साहब वो भी कहंदा भी इत्थे बादशाह दी सभा च चल के आए सी। जहांगीर पत साहब बसाला, उदों कहना जहांगीर बादशाह हुंदा सी। बड़ो आपको सब मग चाला, वो आप जी दा बड़ा सी। कहंदा तेरा दादा सी औरंगजेब दा दादा सी जहांगीर, शाहजहान दा पिता सी। शुभ मग चाला कहंदा बड़े चंगे राह ते चलदा सी। तिन्हों हकारे बिना बखानी, भी उदों कहंदा भी जद चंदू दे आखण ते जहांगीर बादशाह ने गुरु हरगोबिंद साहब जी नूं दिल्ली सद्या ते बेनती करके सद्या सी। श्री हरगोबिंद सर धन पानी,
ਕਹਿੰਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉਹ ਕਹਿੰਦਾ ਵੀ ਸਰ ਧਰ ਪਾਣੀ, ਜੋ ਰਾਮ ਰਾਏ ਦੇ ਰਿਸ਼ਤੇ ਕਰਕੇ ਪੜਦਾਦੇ ਆ, ਉਹ ਕਹਿੰਦਾ ਹੱਥ ਦੇ ਵਿੱਚ ਸਰ ਧਨ ਪਾਣੀ, ਕਹਿੰਦਾ ਪਾਣੀ ਹੱਥ ਨੂੰ ਕਹਿੰਦੇ ਆ, ਸਰ ਧਨ ਤੀਰ ਤੇ ਧਨੁਖ ਰੱਖਦੇ ਸੀ, ਧਨੁਖ ਤੇ ਤੀਰ ਧਾਰਨ ਵਾਲੇ ਸੀ। ਮਿਲੇ ਆਨ ਵੱਡ ਰਸ ਕੋ ਰਾਖਾ, ਉਹ ਆ ਕਰਕੇ ਜਹਾਂਗੀਰ ਬਾਦਸ਼ਾਹ ਨੂੰ ਮਿਲੇ ਸੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਤੋਂ ਬਾਅਦ, ਤੇ ਉਹਨਾਂ ਨੇ ਵੀ ਕਹਿੰਦਾ ਹਕੂਮਤ ਦੇ ਨਾਲ ਆਪਣਾ ਪ੍ਰੇਮ ਰੱਖਿਆ, ਰਸ ਰੱਖਿਆ। ਕਹਿੰਦਾ ਸਾਹੋ ਜੋਰ ਕਰ 300 ਭਾਖਾ, ਮੋਹੇ ਨਾਮ ਕੀ ਫੇਰ ਉਹ ਮਾਲਾ। ਉਦੋਂ ਕਹਿੰਦਾ ਵੀ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਨਾ, ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਮੇਰੇ ਵਾਸਤੇ ਕੋਈ ਜਾਪ ਕਰੋ, ਕੋਈ ਚਿੱਲਾ ਕਰੋ, ਵੀ ਦੁਆ ਕਰੋ ਜਿਹਦੇ ਕਰਕੇ ਮੇਰਾ ਭਲਾ ਹੋਵੇ, ਮੈਂ ਤੰਦਰੁਸਤ ਰਹਾਂ। ਜਿਸ ਤੇ ਸੰਕਟ ਕਟ ਹੈ ਕਰਾਲਾ, ਜਿਹਦੇ ਕਰਕੇ ਮੇਰੇ ਦੁੱਖ ਮਿਟ ਜਾਣ। ਕਹੈ ਨਜੂਮੀ ਕੇ ਨੇ ਮਕੀਨ ਆਏ, ਕਹਿੰਦਾ ਵੀ ਜਹਾਂਗੀਰ ਨੂੰ ਨਜੂਮੀਆਂ ਨੇ ਆਖਿਆ ਸੀ, ਨਜੂਮੀਆਂ ਦੇ ਕਹਿਣ ਤੇ ਉਸ ਸਮੇਂ ਜਹਾਂਗੀਰ ਬਾਦਸ਼ਾਹ ਨੇ ਕੀਤਾ। ਦੁਰਗ ਗਵਾਲੀਅਰ ਪਠਵੇ ਕੀਨ, ਉਦੋਂ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਭੇਜ ਦੇਣਾ ਕੀਤਾ। ਜਹਾਂ ਕੈਦਖਾਨਾ ਬਹੁਤ ਤੇਰਾ, ਜਿੱਥੇ ਬਹੁਤ ਵੱਡਾ ਕੈਦਖਾਨਾ, ਕੈਦੀ ਰੱਖੇ ਜਾਂਦੇ ਆ। ਸਭ ਬੈ ਕੈਦੀ ਤਹਾਂ ਬਸੇਰਾ, ਜਿਹੜੇ ਕੈਦੀ ਜਹਾਂਗੀਰ ਦੇ ਉੱਥੇ ਕੈਦਖਾਨੇ 'ਚ ਚਲੇ ਜਾਂਦੇ ਸੀ ਨਾ, ਉਹਨਾਂ ਦੀ ਉਮਰਾਂ ਉੱਥੇ ਹੀ ਬਤੀਤ ਹੁੰਦੀ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਜਿਆ ਗਿਆ, ਉਦੋਂ ਵੀ ਜਿਹੜੇ 52 ਰਾਜੇ ਉਸ ਕਿਲੇ 'ਚ ਕੈਦ ਕੀਤੇ ਹੋਏ ਸੀ ਕੈਦਖਾਨੇ ਦੇ ਵਿੱਚ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਛੁਡਾ ਕੇ ਲਿਆਏ ਸੀ। ਸੁਨਤ ਸਾਹੋ ਕੀ ਬਿਨੈ ਪ੍ਰਸੀਜੈ, ਪ੍ਰਵਿਸ਼ੇ ਦੁਰਗ ਜਾਏ ਜਪ ਕੀਜੇ। ਵੀ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਕਹਿੰਦਾ ਜਹਾਂਗੀਰ ਦੀ ਇਹ ਬੇਨਤੀ ਨੂੰ ਸੁਣ ਕੇ ਪ੍ਰਸੰਨ ਹੋ ਗਏ, ਅਤੇ ਉੱਥੇ ਕਹਿੰਦਾ ਚਲੇ ਗਏ ਸੀ ਗਵਾਲੀਅਰ ਦੇ ਕਿਲੇ। ਉੱਥੇ ਜਾ ਕੇ ਉਹਨਾਂ ਨੇ ਜਪ ਕੀਤਾ। ਜੇ ਰਾਜਪੂਤ ਕੇਦ ਮਹਿ ਤਹਾਂ, ਆਸਨ ਬਸਨ ਸਭ ਕੋ ਦੀਏ ਤਹਾਂ। ਉੱਥੇ ਜਿਹੜੇ ਰਾਜਪੂਤ 52 ਰਾਜੇ ਕੈਦ ਕੀਤੇ ਸੀ ਨਾ, ਉਹਨਾਂ ਨੂੰ ਵੀ ਕਹਿੰਦਾ ਵੀ ਉੱਥੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਸੁੱਖ ਦਿੱਤਾ। ਪੁਨਹ ਬੁਲਾਏ ਕਰ ਚਾਲੀਸਾ, ਜਦੋਂ ਕਹਿੰਦਾ ਚਾਲੀਸਾ ਪੂਰਾ ਹੋ ਗਿਆ ਸੀ ਨਾ, 40 ਦਿਨਾਂ ਦਾ ਜਪ ਤਪ ਪੂਰਾ ਕਰ ਲਿਆ ਸੀ। ਚਾਲੀਸਾ 40 ਦਿਨਾਂ ਦੇ ਜਪ ਤਪ ਨੂੰ ਕਹਿੰਦੇ, ਉਦੋਂ ਕਹਿੰਦਾ ਦੁਬਾਰਾ ਵਾਪਸ ਸੱਦ ਲਿਆ ਸੀ। ਕਹਿ ਮਚਵਾਏ ਸਕਲ ਮਹੀਸਾ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪ੍ਰਤਾਪ ਦੇ ਨਾਲ ਜਹਾਂਗੀਰ ਬਾਦਸ਼ਾਹ ਨੂੰ ਕਹਿ ਕੇ ਉਹ 52 ਰਾਜੇ ਵੀ ਛੁਡਾ ਲਏ ਸੀ। ਸਭ ਰਾਜਪੂਤਨ ਮਹਿ ਬਰਤਾਂਤ, ਵੀ ਸਾਰੇ ਰਾਜਪੂਤਾਂ ਦੇ ਵਿੱਚ ਇਹ ਗੱਲ ਪ੍ਰਸਿੱਧ ਹੈ, ਜਾਣੀ ਜਾਂਦੀ ਆ। ਅਬ ਲੋ ਕਹੈ ਸੁਨਹਿ ਬਖਿਆਤ, ਹੁਣ ਤੱਕ ਸਾਰੇ ਆਖਦੇ ਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਕਰਦੇ ਆ। ਪਰਸ਼ੋਤਮ ਜੇ ਹੈ ਜਗ ਮਾਹੀ, ਬਿਨੈ ਸੁਨਤ ਹੀ ਬਸ ਹੋਇ ਜਾਹੀ। ਵੀ ਕਹਿੰਦਾ ਜੋ ਗੁਰੂ ਸਾਹਿਬਾਨ ਆ ਨਾ, ਉਹ ਪਰਸ਼ੋਤਮ ਹੈ, ਉੱਤਮ ਪੁਰਸ਼ ਆ, ਉਹਨਾਂ ਵਰਗਾ ਦੂਸਰਾ ਕੋਈ ਨਹੀਂ। ਅਤੇ ਉਹ ਬੇਨਤੀ ਸੁਣ ਕੇ ਰੀਝ ਜਾਂਦੇ ਆ ਵੀ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਨਾ, ਉਹ ਬੇਨਤੀ ਸੁਣ ਕੇ ਕਹਿੰਦਾ ਬੱਸ 'ਚ ਆ ਜਾਂਦੇ ਆ, ਬੇਨਤੀ ਮੰਨ ਲੈਂਦੇ ਆ। ਤਿਮ ਸ੍ਰੀ ਸਤਿਗੁਰ ਕੋ ਇਹ ਬੰਸ, ਵੀ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੀ ਬੰਸ ਆ, ਉਹਨਾਂ ਦੇ ਪੜਪੋਤਰੇ ਆ। ਕਿਉਂ ਨਾ ਪ੍ਰਸੰਨ ਕਰੇ ਪ੍ਰਸ਼ੰਸ, ਕਿਉਂ ਨਾ ਬਾਦਸ਼ਾਹ ਕਹਿੰਦਾ ਉਹਨਾਂ ਦੀ ਪ੍ਰਸ਼ੰਸਾ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਵੀ ਪ੍ਰਸੰਨ ਕਰ ਲਿਆ ਜਾਵੇ। ਆਵਹਿੰਗੇ ਨਹਿ ਬਿਲਮ ਲਗਾਵਹਿ, ਜਦੋਂ ਕਹਿੰਦਾ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਉਪਮਾ ਕੀਤੀ ਗਈ ਨਾ, ਵੀ ਉਹ ਵੀ ਇੱਥੇ ਚੱਲ ਕੇ ਆਉਣਗੇ, ਉਹਨਾਂ ਬਿਲਮ ਦੇਰ ਨਹੀਂ ਲਾਉਣੀ, ਆ ਜਾਣਗੇ। ਕਰ ਸਨਮਾਨ ਜੇ ਆਪ ਬੁਲਾਵਹਿ, ਜੇਕਰ ਬਾਦਸ਼ਾਹ ਉਹਨਾਂ ਦਾ ਆਦਰ ਕਰਕੇ ਸਨਮਾਨ ਦੇ ਸਮੇਤ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕਹਿੰਦਾ ਇੱਥੇ ਬੁਲਾਈਏ ਨਾ, ਦਿੱਲੀ ਸੱਦੀਏ, ਤੇ ਆ ਜਾਣਗੇ। ਇਮ ਜੈ ਸਿੰਘ ਸਵਾਈ ਕਹਿਓ, ਇਸ ਪ੍ਰਕਾਰ ਜਿਹੜਾ ਜੈ ਸਿੰਘ ਰਾਜਾ ਸੀ ਨਾ, ਜਿਹਦੀ ਸਵਾਈ ਉਪਾਧੀ ਸੀ, ਉਹਨੇ ਕਹਿੰਦੇ ਆਖਣਾ ਕੀਤਾ। ਸੁਨਤ ਸਾਹੋ ਮਨ ਨੀਕੇ ਲਹਿਓ, ਇਹ ਗੱਲ ਜਦ ਔਰੰਗਜ਼ੇਬ ਨੇ ਸੁਣੀ, ਉਹਦੇ ਮਨ ਨੂੰ ਕਹਿੰਦੇ ਚੰਗੀ ਲੱਗੀ, ਉੱਤਮ ਲੱਗੀ। ਚਿਤਵਤ ਚਿਤ ਮਹਿ ਇਸਕੇ ਹਾਥ, ਕਰਹਿ ਹਕਾਰਨ ਬਿਨਤੀ ਸਾਥ। ਉਸ ਸਮੇਂ ਕਹਿੰਦੇ ਵੀ ਉਹਨੇ ਔਰੰਗੇ ਨੇ ਮਨ ਅੰਤਰ ਵਿਚਾਰਿਆ ਵੀ ਇਹ ਗੱਲ ਉੱਤਮ ਹੈ, ਅਤੇ ਕੋਈ ਦੂਤ ਭੇਜ ਕਰਕੇ
ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਇੱਥੇ ਬੇਨਤੀ ਦੇ ਨਾਲ ਬੁਲਾ ਲੈਣਾ, ਕਰੀਏ ਬੇਨਤੀ ਕਰਕੇ ਦਰਸ਼ਨ ਕਰਨ ਦੇ ਬਹਾਨੇ ਸੱਦ ਲਈਏ ਵੀ ਔਰੰਗਜ਼ੇਬ ਬਾਦਸ਼ਾਹ ਨੇ ਦਰਸ਼ਨ ਕਰਨੇ ਆ, ਵੀ ਇੱਥੇ ਆ ਕੇ ਦਿੱਲੀ ਆ ਕੇ ਦਰਸ਼ਨ ਦੇਣੇ ਕਰੋ, ਵੀ ਐਂ ਬੇਨਤੀ ਕਰਕੇ ਬੁਲਾ ਲਈਏ। ਜੇ ਰਿਸ ਹੋਏ ਤਾਂ ਇਸ ਪਰ ਹੋਏ, ਜੇ ਪ੍ਰਸੰਨ ਦਰਸ ਸਭ ਕੋਏ। ਔਰੰਗਾ ਬੜਾ ਚਲਾਕ ਸੀ, ਉਹ ਕਹਿੰਦਾ ਵੀ ਇਹਨੂੰ ਹੀ ਭੇਜ ਦਿੰਦੇ ਆ। ਇਹ ਜਿਹੜਾ ਰਾਜਾ ਆਖਦਾ ਨਾ, ਜਿਹਨੇ ਸਲਾਹ ਦਿੱਤੀ ਹੈ ਸੱਦਣ ਦੀ, ਵੀ ਮੈਂ ਤਾਂ ਨਾ ਕਰ ਚੁੱਕਿਆ ਇੱਕ ਵਾਰ, ਇਹ ਰਾਮ ਰਾਏ ਦਾ ਬਹੁਤਾ ਪੱਖ ਕਰਦਾ, ਇਸੇ ਨੂੰ ਹੀ ਭੇਜ ਦਿੰਦੇ ਆ ਰਾਜੇ ਜੈ ਸਿੰਘ ਨੂੰ। ਜੇ ਕਹਿੰਦਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁੱਸਾ ਵੀ ਆਇਆ ਨਾ, ਅਤੇ ਉਹ ਗੁੱਸਾ ਵੀ ਇਹਦੇ 'ਤੇ ਕਰਨਗੇ, ਕਹਿੰਦਾ ਮੇਰੇ 'ਤੇ ਨਹੀਂ ਕਰਦੇ, ਜੇ ਸ਼ਰਾਪ ਦਿੱਤਾ ਫਿਰ ਇਸੇ ਨੂੰ ਹੀ ਦੇਣਗੇ। ਇਹ ਜਾ ਰਿਹਾ ਕਹਿੰਦਾ ਵੀ ਅੱਗੇ ਆਗੂ ਬਣ ਕੇ, ਇਹਨੂੰ ਭੇਜ ਦਿੰਦੇ ਆ ਸੱਦਣ ਕੀਰਤਪੁਰ, ਇਸੇ 'ਤੇ ਗੁੱਸੇ ਹੋਣਗੇ, ਇਸੇ ਨੂੰ ਸ਼ਰਾਪ ਦੇਣਗੇ। ਜੇ ਗੁਰੂ ਹਰਕ੍ਰਿਸ਼ਨ ਸਾਹਿਬ ਮੰਨ ਕੇ ਇੱਥੇ ਆ ਗਏ, ਫਿਰ ਦਰਸ਼ਨ ਮੈਂ ਵੀ ਕਰ ਲੂੰਗਾ, ਕਹਿੰਦਾ ਦਰਸ਼ਨ ਮੈਨੂੰ ਵੀ ਪ੍ਰਾਪਤ ਹੋ ਜਾਣਗੇ। ਆਏ ਔਰੰਗਜ਼ੇਬ ਨੇ ਉਦੋਂ ਮਨ ਕਰਕੇ ਕਹਿੰਦੇ ਵਿਚਾਰਨਾ ਕੀਤਾ। ਇਸ ਪ੍ਰਕਾਰ ਵੀ ਗੁਰੂ ਜਿਹੜਾ ਇਹ ਰਾਮ ਰਾਏ ਹੈ, ਰਾਮ ਰਾਏ ਦੀ ਈਰਖਾ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਸੱਦਣ ਦੀ ਜਿਹੜੀ ਵਿਚਾਰ, ਇਹ ਔਰੰਗਜ਼ੇਬ ਦੀ ਸਭਾ ਦੇ ਵਿੱਚ ਇਸ ਪ੍ਰਕਾਰ ਹੋਈ। ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਅੱਗੇ ਜਿਵੇਂ ਪ੍ਰਸੰਗ ਆਵੇਗਾ ਅਗਲੇ ਦੀਵਾਨਾਂ 'ਚ ਸਰਵਣ ਕਰਾਂਗੇ। ਦਸਰੇ ਪਾਸੋਂ ਪਾਵਨ ਗੁਰ ਇਤਿਹਾਸ ਵਾਚਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਦਾਸ ਖਿਮਾ ਦਾ ਜਾਚਕ ਹੈ, ਆਪ ਗੁਰ ਸੰਗਤ ਬਖਸ਼ਣਹਾਰ ਹੋ। ਅਣਜਾਣ ਸੇਵਕ ਜਾਣ ਕਰਕੇ ਬਖਸ਼ ਲੈਣਾ। ਸਰਬੱਤ ਮਾਈ ਭਾਈ ਸੰਗਤਾਂ ਨੇ ਅਸੀਸ ਬਖਸ਼ਿਸ਼ ਕਰਨੀ। ਸੋ ਦੇਹੋ ਸੱਜਣ ਅਸੀਸੜੀਆ ਜਿ ਹੋਵੈ, ਸਾਹਿਬ ਸਿਓ ਮੇਲ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵ।